ਹੈਲੋ ਸਟੂਡੈਂਟਸ, ਅੱਜ ਅਸੀਂ ਗੀਅਰ ਬਾਕਸ ਟੌਪਿਕ ਸਟਾਰਟ ਕਰ ਰਹੇ ਹਾਂ। ਗੀਅਰ ਬਾਕਸ ਦਾ ਪਹਿਲਾ ਅਸੀਂ ਲੈਕਚਰ ਕੱਲ੍ਹ ਅਸੀਂ ਕੀਤਾ ਸੀਗਾ ਟਰਾਂਸਮਿਸ਼ਨ ਬਾਰੇ। ਸੋ ਅੱਜ ਅਸੀਂ ਗੀਅਰ ਬਾਕਸ ਬਾਰੇ ਗੱਲ ਕਰਦੇ ਹਾਂ। ਗੀਅਰ ਬਾਕਸ ਬਾਰੇ ਉਹ ਕੀ ਕਹਿੰਦੇ ਨੇ, ਦੀ ਗੀਅਰ ਬਾਕਸ ਇਜ਼ ਜਸਟ ਐਜ਼ ਇੰਪੋਰਟੈਂਟ ਪਾਰਟ ਆਫ ਏ ਵਹੀਕਲ ਪਾਵਰ ਟ੍ਰੇਨ ਐਜ਼ ਦੀ ਇੰਜਨ। ਕਹਿੰਦੇ ਗੀਅਰ ਬਾਕਸ ਇੱਕ ਓਨਾ ਕੁ ਇੰਪੋਰਟੈਂਟ ਪਾਰਟ ਹੈ ਕਿਸੇ ਵੀ ਗੱਡੀ ਦੇ ਪਾਵਰ ਟ੍ਰੇਨ ਦਾ ਜਿੰਨਾ ਕੋਈ ਇੰਜਨ ਇੰਪੋਰਟੈਂਟ ਹੈ। ਜਿੱਦਾਂ ਅਸੀਂ ਕਹਿੰਦੇ ਹਾਂ ਇੰਜਨ ਦੇ ਬਿਨਾਂ ਗੱਡੀ ਨਹੀਂ ਚੱਲ ਸਕਦੀ, ਉੱਦਾਂ ਹੀ ਗੀਅਰ ਬਾਕਸ ਦੇ ਬਿਨਾਂ ਵੀ ਅਸੀਂ ਆਪਣੇ ਵਹੀਕਲ ਨੂੰ ਨਹੀਂ ਚਲਾ ਸਕਦੇ। ਮਤਲਬ ਵਹੀਕਲ ਇੰਜਨ ਵਾਂਗੂ ਹੀ ਇੱਕ ਗੀਅਰ ਬਾਕਸ ਇੰਪੋਰਟੈਂਟ ਪਾਰਟ ਹੈ। ਇਟ ਟਰਾਂਸਮਿਟ ਦੀ ਇੰਜਨ ਟਾਰਕ ਟੂ ਦੀ ਵੀਲਸ ਐਂਡ ਆਲਸੋ ਪ੍ਰੋਵਾਈਡ various transmission ratios to enable the speed of the engine to be adapted to different driving situation। gearbox ਦਾ ਕੰਮ ਕੀ ਹੈ? gearbox ਨੇ ਜਿਹੜੀ ਇੰਜਨ ਦੀ ਟਾਰਕ ਹੈ ਉਹਨੂੰ ਵੀਲ ਤੱਕ ਪਹੁੰਚਾਉਣਾ ਹੈ ਅਤੇ ਇਹਦੇ ਨਾਲ ਨਾਲ ਅਲੱਗ-ਅਲੱਗ ਟਰਾਂਸਮਿਸ਼ਨ ਰੇਸ਼ੋਜ਼ ਜਿਹੜੀਆਂ ਨੇ ਉਹ ਸਾਨੂੰ ਪ੍ਰੋਵਾਈਡ ਕਰਨੀਆਂ। ਅਲੱਗ-ਅਲੱਗ ਟਰਾਂਸਮਿਸ਼ਨ ਰੇਸ਼ੋ ਦਾ ਮਤਲਬ ਕੀ ਹੈ? ਜਿਵੇਂ ਮੰਨ ਲਓ ਅਸੀਂ ਗੱਡੀ ਨੂੰ ਸਟਾਰਟ ਕਰਨਾ ਹੈ, ਉਸ ਟਾਈਮ 'ਤੇ ਸਾਨੂੰ ਜ਼ਿਆਦਾ ਸਪੀਡ ਦੀ ਲੋੜ ਨਹੀਂ, ਉਸ ਟਾਈਮ ਸਾਨੂੰ ਟਾਰਕ ਦੀ ਲੋੜ ਹੈ। ਠੀਕ ਹੈ, ਗੀਅਰ ਬਾਕਸ ਨੇ ਕੀ ਕਰਨਾ ਹੈ, ਪਹਿਲੇ ਗੀਅਰ ਦੇ ਵਿੱਚ ਸਾਨੂੰ ਜ਼ਿਆਦਾ ਟਾਰਕ ਪ੍ਰੋਵਾਈਡ ਕਰਨੀ ਹੈ, ਸਪੀਡ ਘੱਟ ਪ੍ਰੋਵਾਈਡ ਕਰਨੀ ਹੈ। ਜਿੱਦਾਂ ਹੀ ਅਸੀਂ ਦੂਜੇ ਗੀਅਰ 'ਚ ਜਾਵਾਂਗੇ ਟਾਰਕ ਥੋੜ੍ਹੀ ਘੱਟ ਜਾਏਗੀ ਪਹਿਲੇ ਨਾਲੋਂ, ਅਤੇ ਸਪੀਡ ਜਿਹੜੀ ਹੈ ਉਹ ਪਹਿਲੇ ਨਾਲੋਂ ਵੱਧ ਜਾਏਗੀ। ਤੀਜੇ ਗੀਅਰ 'ਚ ਜਾਵਾਂਗੇ ਟਾਰਕ ਹੋਰ ਘੱਟ ਜਾਊਗੀ, ਸਪੀਡ ਵੱਧ ਜਾਊਗੀ। ਜਿੱਦਾਂ ਜਿੱਦਾਂ ਅਸੀਂ ਹਾਇਰ ਗੀਅਰ ਵੱਲ ਜਾਂਦੇ ਜਾਵਾਂਗੇ ਟਾਰਕ ਜਿਹੜੀ ਹੈ ਉਹ ਘਟਦੀ ਜਾਊਗੀ ਅਤੇ ਸਪੀਡ ਜਿਹੜੀ ਉਹ ਵੱਧਦੀ ਜਾਊਗੀ। ਇੱਦਾਂ ਹੀ ਇੰਜਨ ਦੀ ਜਿਹੜੀ ਆਪਣੀ ਸਪੀਡ ਹੈ ਉਹਨੂੰ ਵਧਾਉਣਾ ਘਟਾਉਣਾ, ਟਾਰਕ ਨੂੰ ਵਧਾਉਣਾ ਘਟਾਉਣਾ, ਕਿਸੇ ਵੀ ਟਰਾਂਸਮਿਸ਼ਨ ਰੇਸ਼ੋ 'ਤੇ ਆਪਾਂ ਸਪੀਡ ਨੂੰ ਲੈਣਾ ਅਲੱਗ-ਅਲੱਗ ਡਿਫਰੈਂਟ ਡਰਾਈਵਿੰਗ ਸਿਚੁਏਸ਼ਨਸ ਦੇ ਅਕੋਰਡਿੰਗ। ਉਹਦੇ ਲਈ ਆਪਾਂ ਜਿਹੜਾ ਯੂਜ਼ ਕਰਦੇ ਹਾਂ ਇਕੁਇਪਮੈਂਟ ਜਾਂ ਮਕੈਨਿਜ਼ਮ, ਉਹਨੂੰ ਅਸੀਂ ਕਹਿੰਦੇ ਹਾਂ ਗੀਅਰ ਬਾਕਸ। ਸੋ ਗੀਅਰ ਬਾਕਸ ਕੀ ਹੋ ਗਿਆ? ਇੰਜਨ ਦੇ ਵਾਂਗ ਹੀ ਇੱਕ ਇੰਪੋਰਟੈਂਟ ਪਾਰਟ ਹੈ। ਕੰਮ ਕੀ ਹੈ? ਇੰਜਨ ਦੀ ਟਾਰਕ ਨੂੰ ਵੀਲ ਤੱਕ ਟਰਾਂਸਮਿਟ ਕਰਾਉਣਾ ਅਤੇ ਵੇਰੀਅਸ ਜਿਹੜੀਆਂ ਟਰਾਂਸਮਿਸ਼ਨ ਰੇਸ਼ੋਜ਼ ਨੇ ਉਹ ਸਾਨੂੰ ਪ੍ਰੋਵਾਈਡ ਕਰਨੀਆਂ ਤਾਂ ਜੋ ਸਾਡੇ ਵਹੀਕਲ ਦੀ ਜਿਹੜੀ ਸਪੀਡ ਹੈ ਉਹਨੂੰ ਅਸੀਂ ਅਚੀਵ ਕਰ ਸਕੀਏ, ਟਾਰਕ ਨੂੰ ਘਟਾ ਸਕੀਏ, ਟਾਰਕ ਨੂੰ ਵਧਾ ਸਕੀਏ, ਸਪੀਡ ਨੂੰ ਘਟਾ ਸਕੀਏ, ਸਪੀਡ ਨੂੰ ਵਧਾ ਸਕੀਏ। ਹੁਣ ਗੱਲ ਕਰਦੇ ਹਾਂ ਫੰਕਸ਼ਨਸ ਆਫ ਗੀਅਰ ਬਾਕਸ ਦੀ, ਵੀ ਗੀਅਰ ਬਾਕਸ ਦੇ ਕੰਮ ਕੀ ਨੇ, ਗੀਅਰ ਬਾਕਸ ਕਿਉਂ ਯੂਜ਼ ਕਰਦੇ ਹਾਂ। ਨੰਬਰ 1, ਏ ਲੋਟ ਆਫ ਵੇਰੀਏਸ਼ਨ ਇਨ ਟਾਰਕ ਇਜ਼ ਰਿਕੁਆਇਰਡ ਐਟ ਰੋਡ ਵੀਲਸ ਆਫ ਏ ਵਹੀਕਲ। ਕਹਿੰਦੇ ਜਦੋਂ ਕੋਈ ਵੀ ਗੱਡੀ ਜਿਹੜੀ ਹੈ ਉਹ ਜਦੋਂ ਰੋਡ 'ਤੇ ਚੱਲਦੀ ਹੈ ਨਾ, ਉਹਦੇ 'ਚ ਸਾਨੂੰ ਟਾਰਕ ਦੀ ਵੇਰੀਏਸ਼ਨ ਬਹੁਤ ਜ਼ਿਆਦਾ ਚਾਹੀਦੀ ਹੁੰਦੀ ਹੈ। ਕਦੀ ਸਾਨੂੰ ਟਾਰਕ ਘੱਟ ਚਾਹੀਦੀ ਹੈ, ਕਦੀ ਸਾਨੂੰ ਟਾਰਕ ਜ਼ਿਆਦਾ ਚਾਹੀਦੀ ਹੈ। ਮੰਨ ਲਓ ਰੋਡ ਖਰਾਬ ਹੈ, ਜੇ ਰੋਡ ਖਰਾਬ ਹੈ ਤਾਂ ਸਾਨੂੰ ਟਾਰਕ ਜ਼ਿਆਦਾ ਚਾਹੀਦੀ ਹੈ, ਜੇ ਰੋਡ ਠੀਕ ਹੈ ਤਾਂ ਸਾਨੂੰ ਟਾਰਕ ਘੱਟ ਚਾਹੀਦੀ ਹੈ। ਇਹ ਗੀਅਰ ਬਾਕਸ ਸਰਵਸ ਦਿਸ ਪਰਪਸ। ਜਿਹੜਾ ਗੀਅਰ ਬਾਕਸ ਹੈ ਉਹ ਇਸ ਪਰਪਸ ਲਈ ਬਣਾਇਆ ਗਿਆ ਹੈ। ਗੀਅਰ ਬਾਕਸ ਜਿਹੜਾ ਉਹ ਇਸ ਪਰਪਸ ਨੂੰ ਪੂਰਾ ਕਰਦਾ ਹੈ। ਵੀ ਜਿਹੜੀ ਆਪਾਂ ਸਪੀਡ ਨੂੰ ਘਟਾਉਂਦੇ ਹਾਂ ਜਾਂ ਵਧਾਉਂਦੇ ਹਾਂ ਜਾਂ ਟਾਰਕ ਨੂੰ ਘਟਾਉਂਦੇ ਹਾਂ ਜਾਂ ਵਧਾਉਂਦੇ ਹਾਂ, ਉਹ ਕਿਹਦੇ ਕਰਕੇ ਪੋਸੀਬਲ ਹੈ? ਉਹ ਸਿਰਫ ਅਤੇ ਸਿਰਫ ਗੀਅਰ ਬਾਕਸ ਕਰਕੇ ਪੋਸੀਬਲ ਹੈ। ਇਟ ਪ੍ਰੋਵਾਈਡਸ ਹਾਈ ਟਾਰਕ ਐਟ ਸਟਾਰਟਿੰਗ ਐਂਡ ਹਾਈ ਸਪੀਡ ਵਾਈਲ ਰਨਿੰਗ। ਕਰਦਾ ਕੀ ਹੈ ਗੀਅਰ ਬਾਕਸ? ਸਟਾਰਟਿੰਗ 'ਤੇ ਜਦੋਂ ਵਹੀਕਲ ਨੂੰ ਅਸੀਂ ਮੂਵ ਕਰਾਉਣਾ ਹੈ ਉਦੋਂ ਸਾਨੂੰ ਹਾਈ ਟਾਰਕ ਪ੍ਰੋਵਾਈਡ ਕਰਨੀ ਹੈ, ਅਤੇ ਜਦੋਂ ਇੱਕ ਵਾਰ ਵਹੀਕਲ ਨੇ ਰਨ ਕਰਨਾ ਸਟਾਰਟ ਕਰਤਾ ਉਦੋਂ ਹਾਈ ਸਪੀਡ ਪ੍ਰੋਵਾਈਡ ਕਰਨੀ। ਠੀਕ ਹੈ ਜੀ। ਗੀਅਰ ਬਾਕਸ ਦਾ ਕੰਮ ਕੀ ਹੋ ਗਿਆ? ਵੀ ਜਦੋਂ ਵੀ ਆਪਾਂ ਰੋਡ 'ਤੇ ਚੱਲਦੇ ਹਾਂ ਸਾਨੂੰ ਇੱਕ ਵੇਰੀਏਸ਼ਨ ਦੀ ਲੋੜ ਹੁੰਦੀ ਹੈ ਟਾਰਕ ਦੀ। ਉਹ ਜਿਹੜੀ ਟਾਰਕ ਦੀ ਵੇਰੀਏਸ਼ਨ ਹੈ ਨਾ ਉਹ ਗੀਅਰ ਬਾਕਸ ਕਰਦਾ ਹੈ। ਵੀ ਜੇ ਸਾਨੂੰ ਟਾਰਕ ਘੱਟ ਚਾਹੀਦੀ ਹੈ ਅਸੀਂ ਗੀਅਰ ਬਾਕਸ ਦੀ ਮਦਦ ਦੇ ਨਾਲ ਟਾਰਕ ਨੂੰ ਘਟਾ ਦਾਂਗੇ। ਟਾਰਕ ਘਟੇਗੀ ਅਤੇ ਸਪੀਡ ਵਧੇਗੀ, ਜੇ ਸਪੀਡ ਘਟੇਗੀ ਅਤੇ ਟਾਰਕ ਵਧੇਗੀ। ਦੋਨੋਂ ਇੱਕ ਦੂਜੇ ਦੇ ਇਨਵਰਸਲੀ ਪ੍ਰਪੋਰਸ਼ਨਲ ਨੇ। ਇਸ ਕਰਕੇ ਪਹਿਲੇ ਗੀਅਰ ਦੇ ਵਿੱਚ ਆਪਾਂ ਜੇ ਗੱਲ ਕਰਦੇ ਹਾਂ ਤਾਂ ਟਾਰਕ ਸਭ ਤੋਂ ਜ਼ਿਆਦਾ, ਸਪੀਡ ਸਭ ਤੋਂ ਘੱਟ। ਪੰਜਵੇਂ ਗੀਅਰ ਦੀ ਗੱਲ ਕਰਦੇ ਹਾਂ, ਟੌਪ ਗੀਅਰ ਦੀ ਗੱਲ ਕਰਦੇ ਹਾਂ, ਸਪੀਡ ਸਭ ਤੋਂ ਜ਼ਿਆਦਾ ਅਤੇ ਟਾਰਕ ਸਭ ਤੋਂ ਘੱਟ। ਇਸ ਕਰਕੇ ਇਹ ਜਿਹੜਾ ਸਾਰਾ ਮਕੈਨਿਜ਼ਮ ਹੈ ਇਹ ਕਿਹਦੇ ਹੱਥ ਹੈ? ਗੀਅਰ ਬਾਕਸ ਦੇ ਹੱਥ। ਸੈਕਿੰਡ ਪੁਆਇੰਟ, ਗੀਅਰ ਬਾਕਸ ਆਲਸੋ ਪ੍ਰੋਵਾਈਡਸ ਮੀਨ ਟੂ ਰਿਵਰਸ ਦੀ ਡਾਇਰੈਕਸ਼ਨ ਆਫ ਦੀ ਵਹੀਕਲ।
ਕਹਿੰਦੇ ਗੀਅਰ ਬਾਕਸ ਦਾ ਦੂਜਾ ਕੰਮ ਕੀ ਹੈ ਵੀ ਜੇ ਆਪਾਂ ਆਪਣੇ ਵਹੀਕਲ ਦੀ ਡਾਇਰੈਕਸ਼ਨ ਰਿਵਰਸ ਕਰਨਾ ਚਾਹੁੰਦੇ ਹਾਂ ਨਾ, ਆਪਣੇ ਵਹੀਕਲ ਦੀ ਡਾਇਰੈਕਸ਼ਨ ਉਲਟੀ ਕਰਨਾ ਚਾਹੁੰਦੇ ਹਾਂ, ਤਾਂ ਉਹਦੇ ਲਈ ਆਪਾਂ ਜਿਹੜਾ ਮਕੈਨਿਜ਼ਮ ਯੂਜ਼ ਕਰਦੇ ਪਏ ਹਾਂ ਉਹ ਵੀ ਗੀਅਰ ਬਾਕਸ ਹੀ ਹੈ। ਵੀ ਮਤਲਬ ਜੇ ਸਾਡੀ ਗੱਡੀ ਨੇ, ਆਪਾਂ ਆਪਣੀ ਗੱਡੀ ਨੂੰ ਬੈਕ ਕਰਨਾ ਹੈ, ਉਹ ਗੱਡੀ ਬੈਕ ਵੀ ਕਿਹਦੇ ਕਰਕੇ ਹੋਏਗੀ, ਕਿਹਦੀ ਹੈਲਪ ਦੇ ਨਾਲ ਹੋਏਗੀ, ਗੀਅਰ ਬਾਕਸ ਦੀ ਹੈਲਪ ਦੇ ਨਾਲ ਹੋਏਗੀ। ਬਿਨਾਂ ਗੀਅਰ ਬਾਕਸ ਦੀ ਹੈਲਪ ਤੋਂ ਅਸੀਂ ਆਪਣੇ ਵਹੀਕਲ ਨੂੰ ਬੈਕ ਵੀ ਨਹੀਂ ਕਰ ਸਕਦੇ, ਕਿਉਂਕਿ ਗੀਅਰ ਬਾਕਸ ਦੇ ਵਿੱਚ ਹੀ ਰਿਵਰਸ ਗੀਅਰ ਲੱਗਾ ਹੈ ਅਤੇ ਰਿਵਰਸ ਗੀਅਰ ਦੀ ਮਦਦ ਦੇ ਨਾਲ ਹੀ ਆਪਾਂ ਗੱਡੀ ਬੈਕ ਕਰਨੀ ਹੈ। ਇਸ ਕਰਕੇ ਜਿਹੜਾ ਗੀਅਰ ਬਾਕਸ ਹੈ ਉਹ ਗੱਡੀ ਨੂੰ ਰਿਵਰਸ ਕਰਾਉਣ ਦੇ ਵਿੱਚ ਵੀ ਹੈਲਪ ਕਰਦਾ ਹੈ। ਥਰਡ ਪੁਆਇੰਟ, ਇਟ ਪ੍ਰੋਵਾਈਡਸ ਏ ਨਿਊਟਰਲ ਪੋਜੀਸ਼ਨ, ਦੀ ਪੋਜੀਸ਼ਨ ਐਟ ਵਿਚ ਪਾਵਰ ਫਲੋ ਟੂ ਦੀ ਰੋਡ ਵੀਲਸ ਇਜ਼ ਡਿਸਕਨੈਕਟਿਡ। ਕਹਿੰਦੇ ਹੁਣ ਗੀਅਰ ਬਾਕਸ ਦੇ ਵਿੱਚ ਪਹਿਲਾ ਗੀਅਰ ਵੀ ਹੈ, ਦੂਜਾ, ਤੀਜਾ, ਚੌਥਾ, ਪੰਜਵਾਂ, ਛੇਵਾਂ ਰਿਵਰਸ, ਇਹ ਗੀਅਰ ਨੇ। ਕਹਿੰਦੇ ਬਟ ਉਹਦੇ ਵਿੱਚ ਇੱਕ ਚੀਜ਼ ਹੋਰ ਵੀ ਹੈ, ਉਹ ਕਿਹੜੀ ਚੀਜ਼ ਹੈ, ਨਿਊਟਰਲ, ਜਿਹਨੂੰ ਅਸੀਂ ਕਹਿੰਦੇ ਹਾਂ ਗੱਡੀ ਆਪਾਂ ਨਿਊਟਰਲ ਕਰ ਦਿੰਦੇ ਹਾਂ। ਜਦੋਂ ਅਸੀਂ ਪਹਿਲਾ ਗੀਅਰ ਪਾਇਆ, ਉਸ ਤੋਂ ਬਾਅਦ ਦੂਜਾ ਪਾਇਆ ਕਾਰ ਦੇ ਵਿੱਚ, ਪਹਿਲੇ ਤੋਂ ਬਾਅਦ ਜਦੋਂ ਅਸੀਂ ਦੂਜਾ ਗੀਅਰ ਪਾਉਂਦੇ ਹਾਂ ਵਿੱਚ ਇੱਕ ਇੱਦਾਂ ਦੀ ਪੋਜੀਸ਼ਨ ਆਉਂਦੀ ਹੈ ਜਿਹੜੀ ਨਿਊਟਰਲ ਹੈ। ਦੂਜੇ ਤੋਂ ਬਾਅਦ ਆਪਾਂ ਜਦੋਂ ਤੀਜੇ 'ਚ ਜਾਂਦੇ ਹਾਂ ਵਿੱਚ ਇੱਦਾਂ ਦੀ ਪੋਜੀਸ਼ਨ ਆਉਂਦੀ ਜਿਹੜੀ ਨਿਊਟਰਲ ਹੈ। ਤੀਜੇ ਤੋਂ ਚੌਥੇ ਵੱਲ ਆਈਏ ਵਿੱਚ ਨਿਊਟਰਲ ਪੋਜੀਸ਼ਨ ਆਉਂਦੀ ਹੈ। ਸੋ ਨਿਊਟਰਲ ਪੋਜੀਸ਼ਨ ਕੀ ਹੋ ਗਈ, ਇੱਦਾਂ ਦੀ ਪੋਜੀਸ਼ਨ ਜਿਸ ਜਗ੍ਹਾ 'ਤੇ ਜਿਹੜੀ ਪਾਵਰ ਫਲੋ ਹੈ ਰੋਡ ਵੀਲਸ ਨੂੰ ਉਹ ਡਿਸਕਨੈਕਟ ਹੋ ਜਾਂਦੀ ਹੈ। ਮਤਲਬ ਇੰਜਨ ਦੀ ਪਾਵਰ ਜਿਹੜੀ ਹੈ ਉਹ ਰੋਡ ਤੱਕ ਨਹੀਂ ਪਹੁੰਚਦੀ, ਰੋਡ ਵੀਲਸ ਤੱਕ ਨਹੀਂ ਪਹੁੰਚਦੀ, ਉਹਦੇ ਦੌਰਾਨ ਡਿਸਕਨੈਕਟਿਡ ਹੋ ਜਾਂਦੀ ਹੈ। ਉਸ ਚੀਜ਼ ਨੂੰ ਅਸੀਂ ਕੀ ਕਹਿੰਦੇ ਹਾਂ, ਉਸ ਚੀਜ਼ ਨੂੰ ਅਸੀਂ ਕਹਿੰਦੇ ਹਾਂ ਨਿਊਟਰਲ ਪੋਜੀਸ਼ਨ। ਨਿਊਟਰਲ ਪੋਜੀਸ਼ਨ ਕਿਹਦੇ ਕਰਕੇ ਪੋਸੀਬਲ ਹੋਈ, ਨਿਊਟਰਲ ਪੋਜੀਸ਼ਨ ਵੀ ਪੋਸੀਬਲ ਹੋਈ ਸਿਰਫ ਅਤੇ ਸਿਰਫ ਗੀਅਰ ਬਾਕਸ ਕਰਕੇ। ਹੁਣ ਆ ਗਿਆ ਜੀ ਨਸੈਸਿਟੀ ਆਫ ਗੀਅਰ ਬਾਕਸ, ਵੀ ਗੀਅਰ ਬਾਕਸ ਦੀ ਲੋੜ ਕਿਉਂ ਪਈ, ਜ਼ਰੂਰਤ ਕਿਉਂ ਪਈ। ਦੇਅਰ ਆਰ ਮੈਨੀ ਰੈਜ਼ਿਸਟੈਂਸਿਸ ਫੇਸਡ ਬਾਏ ਵਹੀਕਲ ਵਾਈਲ ਰਨਿੰਗ। ਜਦੋਂ ਕੋਈ ਵੀ ਵਹੀਕਲ ਜਿਹੜਾ ਹੈ, ਕੋਈ ਵੀ ਗੱਡੀ ਜਿਹੜੀ ਹੈ ਜਦੋਂ ਰੋਡ 'ਤੇ ਚੱਲਦੀ ਹੈ ਨਾ, ਅਤੇ ਉਹਨੂੰ ਕਾਫੀ ਜ਼ਿਆਦਾ ਜਿਹੜੀਆਂ ਰੁਕਾਵਟਾਂ ਨੇ, ਜਿਹੜੀਆਂ ਰੈਜ਼ਿਸਟੈਂਸਿਸ ਨੇ, ਉਹਨਾਂ ਨੂੰ ਫੇਸ ਕਰਨਾ ਪੈਂਦਾ ਹੈ। ਜਦੋਂ ਕੋਈ ਵੀ ਵਹੀਕਲ, ਕੋਈ ਵੀ ਗੱਡੀ ਰੋਡ ਦੇ ਉੱਪਰ ਚੱਲੇਗੀ, ਉਹਨੂੰ ਕਾਫੀ ਜ਼ਿਆਦਾ ਜਿਹੜੀਆਂ ਰੁਕਾਵਟਾਂ ਨੇ ਜਾਂ ਰੈਜ਼ਿਸਟੈਂਸਿਸ ਨੇ ਉਹਨਾਂ ਦਾ ਸਾਹਮਣਾ ਕਰਨਾ ਪਏਗਾ। ਆਲਸੋ ਵੈਨ ਦੀ ਵਹੀਕਲ ਇਜ਼ ਔਨ ਦੀ ਵਰਜ ਟੂ ਮੂਵ। ਕਹਿੰਦੇ ਉਦੋਂ ਵੀ ਜਦੋਂ ਵਹੀਕਲ ਜਸਟ ਮੂਵ ਕਰਨ ਵਾਲਾ ਹੀ ਹੈ, ਮਤਲਬ ਮੰਨ ਲਓ ਵਹੀਕਲ ਇੱਕ ਜਗ੍ਹਾ 'ਤੇ ਖੜ੍ਹਾ ਹੈ, ਅਸੀਂ ਉਹਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਲੈ ਕੇ ਜਾਣਾ ਹੈ, ਜਸਟ ਅਸੀਂ ਉਹਨੂੰ ਸਟਾਰਟ ਕਰਨ ਲੱਗੇ ਹੀ ਹਾਂ, ਉਸ ਟਾਈਮ 'ਤੇ ਵੀ ਉਹਨੂੰ ਰੈਜ਼ਿਸਟੈਂਸ ਦਾ ਸਾਹਮਣਾ ਕਰਨਾ ਪੈਣਾ ਹੈ। ਐ ਨਹੀਂ ਵੀ ਮਤਲਬ ਸਿਰਫ ਉਦੋਂ ਹੀ ਰੈਜ਼ਿਸਟੈਂਸ ਦੀ ਲੋੜ ਪੈਣੀ ਹੈ ਜਦੋਂ ਵਹੀਕਲ ਚੱਲਦਾ ਪਿਆ। ਜਦੋਂ ਵਹੀਕਲ ਇੱਕ ਜਗ੍ਹਾ 'ਤੇ ਖੜ੍ਹਾ ਹੈ ਅਤੇ ਉਹਨੂੰ ਅਸੀਂ ਸਟਾਰਟ ਵੀ ਕਰਨਾ, ਥੋੜ੍ਹਾ ਜਿਹਾ ਵੀ ਅੱਗੇ ਕਰਨਾ ਹੈ, ਅਤੇ ਉਸ ਟਾਈਮ 'ਤੇ ਵੀ ਉਹਨੂੰ ਕਈ ਰੈਜ਼ਿਸਟੈਂਸ ਦਾ ਸਾਹਮਣਾ ਜਿਹੜਾ ਹੈ ਉਹ ਕਰਨਾ ਪੈਣਾ ਹੈ। ਦੇਰ ਆਰ ਆਲਸੋ ਰੈਜ਼ਿਸਟੈਂਸਿਸ ਵਿਚ ਓਪੋਜ਼ਿਟ ਇਟਸ ਮੂਵਮੈਂਟ। ਠੀਕ ਹੈ ਜੀ, ਜਦੋਂ ਵਹੀਕਲ ਮੂਵ ਕਰਨਾ ਸਟਾਰਟ ਕਰੇਗਾ ਉਦੋਂ ਵੀ ਕਈ ਰੈਜ਼ਿਸਟੈਂਸਿਸ ਹੋਣਗੀਆਂ ਜਿਹੜੀਆਂ ਵਹੀਕਲ ਨੂੰ ਅੱਗੇ ਮੂਵ ਕਰਨ ਤੋਂ ਰੋਕਣਗੀਆਂ, ਅੱਗੇ ਜਾਣ ਤੋਂ ਰੋਕਣਗੀਆਂ। ਟੂ ਓਵਰਕਮ ਦੀਸ ਰੈਜ਼ਿਸਟੈਂਸਿਸ, ਇਹਨਾਂ ਚੀਜ਼ਾਂ ਨੂੰ ਓਵਰਕਮ ਕਰਨ ਦੇ ਲਈ, ਇਹ ਜਿਹੜੀਆਂ ਰੈਜ਼ਿਸਟੈਂਸਿਸ ਨੇ, ਇਹਨਾਂ ਚੀਜ਼ਾਂ ਨੂੰ ਓਵਰਕਮ ਕਰਨ ਦੇ ਲਈ ਗੀਅਰ ਬਾਕਸ ਨਾਮ ਦਾ ਇੱਕ ਮਕੈਨਿਜ਼ਮ ਜਿਹੜਾ ਹੈ ਉਹ ਅਸੀਂ ਯੂਜ਼ ਕਰਦੇ ਹਾਂ, ਜਿਹੜਾ ਸਾਡੇ ਲਈ ਯੂਜ਼ ਕਰਨਾ ਜ਼ਰੂਰੀ ਹੈ। ਠੀਕ ਹੈ ਜੀ, ਜਦੋਂ ਵੀ ਵਹੀਕਲ ਚੱਲਦਾ ਉਹਨੂੰ ਕਾਫੀ ਜ਼ਿਆਦਾ ਰੈਜ਼ਿਸਟੈਂਸਿਸ ਦਾ ਫੇਸ ਕਰਨਾ ਪੈਂਦਾ, ਸਾਹਮਣਾ ਕਰਨਾ ਪੈਂਦਾ। ਜਦੋਂ ਵਹੀਕਲ ਮੰਨ ਲਓ ਸਟਾਰਟ ਹੀ ਹੋਣ ਲੱਗਾ ਉਦੋਂ ਵੀ ਉਹਨੂੰ ਰੈਜ਼ਿਸਟੈਂਸ ਦਾ ਸਾਹਮਣਾ ਕਰਨਾ ਪਏਗਾ। ਠੀਕ ਹੈ ਜੀ, ਮਤਲਬ ਇਹਨਾਂ ਰੈਜ਼ਿਸਟੈਂਸਿਸ ਨੂੰ ਓਵਰਕਮ ਕਰਨ ਦੇ ਲਈ, ਦੂਰ ਕਰਨ ਦੇ ਲਈ ਗੀਅਰ ਬਾਕਸ ਇੱਕ ਇੱਦਾਂ ਦਾ ਮਕੈਨਿਜ਼ਮ ਹੈ ਜਿਹੜਾ ਅਸੀਂ ਯੂਜ਼ ਕਰਦੇ ਹਾਂ, ਜਿਹਨੂੰ ਅਸੀਂ ਇਸਤੇਮਾਲ 'ਚ ਲੈ ਕੇ ਆਉਂਦੇ ਹਾਂ। ਰੈਜ਼ਿਸਟੈਂਸਿਸ ਫੇਸਡ ਬਾਏ ਵਹੀਕਲ। ਹੁਣ ਇੱਕ ਵਹੀਕਲ ਦੁਆਰਾ ਕਿਹੜੀਆਂ ਕਿਹੜੀਆਂ ਰੈਜ਼ਿਸਟੈਂਸਿਸ ਫੇਸ ਕੀਤੀਆਂ ਜਾਂਦੀਆਂ, ਵੀ ਕਿਹੜੀਆਂ ਕਿਹੜੀਆਂ ਰੁਕਾਵਟਾਂ ਨੇ ਜਿਹੜੀਆਂ ਕਿਸੇ ਵਹੀਕਲ ਨੂੰ ਅੱਗੇ ਜਾਣ ਤੋਂ ਰੋਕਦੀਆਂ ਨੇ। 3 ਤਰ੍ਹਾਂ ਦੀਆਂ ਰੁਕਾਵਟਾਂ ਨੇ, ਰੋਲਿੰਗ, ਏਅਰ ਅਤੇ ਗ੍ਰੇਡੀਐਂਟ। ਸਭ ਤੋਂ ਪਹਿਲੇ ਆਪਾਂ ਗੱਲ ਕਰਦੇ ਹਾਂ ਰੋਲਿੰਗ ਰੈਜ਼ਿਸਟੈਂਸ ਦੀ। ਰੋਲਿੰਗ ਰੈਜ਼ਿਸਟੈਂਸ ਦੇ ਵਿੱਚ ਉਹ ਕੀ ਕਹਿੰਦੇ ਨੇ, ਇਟ ਇਜ਼ observed that more force is required to move a stationary vehicle and once it starts moving or rolling the force required to keep its moving is lesser। ਕਹਿੰਦੇ ਇੱਕ ਵਹੀਕਲ ਇੱਕ ਜਗ੍ਹਾ 'ਤੇ ਖੜ੍ਹਾ ਹੈ, ਠੀਕ ਹੈ, ਉਹਨੂੰ ਅਸੀਂ ਮੂਵ ਕਰਾਉਣਾ ਸਟਾਰਟ ਕਰਨਾ ਹੈ,
क्लीयर है। कहते ਜਦੋਂ ਉਹਨੂੰ ਜ਼ੀਰੋ ਤੋਂ मतलब ਜ਼ੀਰੋ ਸਪੀਡ ਤੋਂ ਅਸੀਂ मूव कराना स्टार्ट करांगे ना उस टाइम ਜਿਹੜਾ ਸਾਡਾ ਐਫਰਟ ਲੱਗੇਗਾ, ਜਿਹੜੀ ਫੋਰਸ ਲੱਗੇਗੀ ਉਹ ਜ਼ਿਆਦਾ ਲੱਗੇਗੀ। ਇੱਕ ਵਾਰ ਵਹੀਕਲ ਨੇ ਜਦੋਂ ਚੱਲਣਾ ਸਟਾਰਟ ਕਰਤਾ ਉਸ ਤੋਂ ਬਾਅਦ ਜਿਹੜੀ ਫੋਰਸ ਲੱਗੇਗੀ ਉਹ ਘੱਟ ਲੱਗੇਗੀ। ਆਪਾਂ ਸਿੰਪਲ ਜੀ ਗੱਲ ਕਰਦੇ ਹਾਂ, ਕੋਈ ਚੀਜ਼ ਹੈ, ਮੰਨ ਲਓ ਸਾਈਕਲ ਹੀ ਹੈ, ਇੱਕ ਵਾਰ ਤੁਸੀਂ ਜਦੋਂ ਸਾਈਕਲ ਨੂੰ ਪਹਿਲਾ ਪੈਡਲ ਮਾਰਨਾ ਨਾ ਉਦੋਂ ਤੁਹਾਡਾ ਐਫਰਟ ਲੱਗਣਾ ਹੈ। ਜਦੋਂ ਇੱਕ ਵਾਰ ਤੁਸੀਂ ਸਾਈਕਲ ਨੂੰ ਚਲਾਉਣਾ ਸਟਾਰਟ ਕਰਤਾ ਫਿਰ ਤੁਹਾਡਾ ਇੰਨਾ ਐਫਰਟ ਨਹੀਂ ਲੱਗਣਾ। ਠੀਕ ਹੈ, ਕੋਈ ਵੀ ਚੀਜ਼ ਹੈ ਉਹਦੀ ਸਟਾਰਟਿੰਗ ਮੁਸ਼ਕਿਲ ਹੈ, ਜਦੋਂ ਇੱਕ ਵਾਰ ਉਹ ਚੱਲਣਾ ਸਟਾਰਟ ਕਰ ਦਿੰਦੀ ਹੈ ਫਿਰ ਉਹਨੂੰ ਈਜ਼ੀਲੀ ਆਪਾਂ ਮੂਵ ਕਰਾ ਸਕਦੇ ਹਾਂ। ਫੋਰ ਐਗਜ਼ਾਮਪਲ ਇੱਕ ਟੇਬਲ ਹੈ ਜਾਂ ਇੱਕ ਬੈੱਡ ਹੈ, ਉਹ ਬੜਾ ਹੈਵੀ ਹੈ, ਤੁਸੀਂ ਉਹਨੂੰ ਸਟਾਰਟਿੰਗ 'ਤੇ ਜ਼ੋਰ ਲਾ ਕੇ ਇੱਕ ਵਾਰ ਜੇ ਮਾੜਾ ਜਿਹਾ ਹਿਲਾਤਾ ਨਾ, ਜੇ ਸਟਾਰਟਿੰਗ 'ਤੇ ਫੋਰਸ ਲਗਾ ਕੇ ਇੱਕ ਵਾਰ ਮਾੜਾ ਜਿਹਾ ਹਿਲਾਤਾ, ਬਾਅਦ 'ਚੋਂ ਤੁਸੀਂ ਘੱਟ ਫੋਰਸ ਦੇ ਨਾਲ ਵੀ ਉਹਨੂੰ ਮੂਵ ਕਰਾ ਸਕਦੇ ਹੋ। ਮਤਲਬ ਸਟਾਰਟਿੰਗ 'ਤੇ ਜਿਹੜੀ ਫੋਰਸ ਲੱਗਦੀ ਹੈ ਨਾ ਉਹ ਜ਼ਿਆਦਾ ਲੱਗਦੀ ਹੈ। ਦੀ ਰੈਜ਼ਿਸਟੈਂਸ ਵਿਚ ਕਮਸ ਇਨਟੂ ਪਲੇ ਹੇਅਰ ਇਜ਼ ਕਾਲਡ ਰੋਲਿੰਗ ਰੈਜ਼ਿਸਟੈਂਸ। ਕਹਿੰਦੇ ਇੱਥੇ ਜਿਹੜੀ ਰੈਜ਼ਿਸਟੈਂਸ ਨੇ ਕੰਮ ਕੀਤਾ ਉਹਨੂੰ ਅਸੀਂ ਕਹਿੰਦੇ ਹਾਂ ਰੋਲਿੰਗ ਰੈਜ਼ਿਸਟੈਂਸ। ਵੈਸੇ ਰੋਲਿੰਗ ਰੈਜ਼ਿਸਟੈਂਸ ਕੀ ਹੈ, ਜਿਵੇਂ ਮੰਨ ਲਓ ਇੱਕ ਬਾਲ ਹੈ, ਕ੍ਰਿਕਟ ਬਾਲ ਹੈ, ਅਸੀਂ ਉਸ ਬੋਲ ਨੂੰ ਗਰਾਊਂਡ ਦੇ ਉੱਪਰ ਰੇੜਦੇ ਹਾਂ, ਉਹ ਕੁਛ ਡਿਸਟੈਂਸ ਤੋਂ ਬਾਅਦ ਜਾ ਕੇ ਆਪਣੇ ਆਪ ਰੁਕ ਜਾਂਦੀ ਹੈ। ਠੀਕ ਹੈ, ਉਸ ਚੀਜ਼ ਉਹ ਕਿਉਂ ਰੁਕੀ, ਉਹ ਰੁਕੀ ਰੋਲਿੰਗ ਰੈਜ਼ਿਸਟੈਂਸ ਕਰਕੇ, ਵੀ ਮਤਲਬ ਉਹਨੂੰ ਰੋਲ ਹੋਣ ਦਾ ਮੌਕਾ ਹੀ ਨਹੀਂ ਮਿਲਿਆ ਅੱਗੇ ਜਾਣ ਦਾ, ਇਸ ਕਰਕੇ ਉਹ ਰੁਕ ਗਈ। ਹੁਣ ਤੁਸੀਂ ਦੇਖਿਆ ਹੋਏਗਾ ਜਿਹੜੇ ਬੋਲਿੰਗ ਕਰਦੇ ਨੇ, ਆ ਦੂਜੀ ਜਿਹੜੀ ਆਪਾਂ ਦੂਸਰੀ ਬੋਲਿੰਗ ਕਰਦੇ ਹਾਂ, ਬੋਟਰਸ ਰੱਖ ਦਿੰਦੇ ਹਾਂ 10-12 ਬੋਟਰਸ ਵਰਗੀ ਚੀਜ਼ ਹੁੰਦੀ ਹੈ, ਉਹ ਰੱਖ ਦਿੰਦੇ ਹਾਂ, ਉਹਨੂੰ ਅਸੀਂ ਇੱਕ ਬੋਲ ਦੇ ਨਾਲ ਸੱਟ ਕੇ ਬੋਲ ਦੇ ਨਾਲ ਸਲਾਈਡ ਕਰਾ ਕੇ ਉਹਨੂੰ ਡੇਗਣ ਦੀ ਕੋਸ਼ਿਸ਼ ਕਰਦੇ ਹਾਂ, ਸੁੱਟਣ ਦੀ ਕੋਸ਼ਿਸ਼ ਕਰਦੇ ਹਾਂ। ਉਹ ਜਿਹੜੀ ਬੋਲਿੰਗ ਹੈ ਉਹਦੇ ਵਿੱਚ ਜਿਹੜਾ ਸਰਫੇਸ ਯੂਜ਼ ਕਰਦੇ ਨੇ, ਜਿਹੜੀ ਉਹ ਵੁਡਨ ਦਾ ਫਲੋਰ ਯੂਜ਼ ਕਰਦੇ ਨੇ, ਉੱਥੇ ਰੈਜ਼ਿਸਟੈਂਸ ਜਿਹੜੀ ਹੈ ਉਹ ਇੰਨੀ ਕੁ ਉਹਨਾਂ ਨੇ ਘਟਾਈ ਹੁੰਦੀ ਹੈ, ਇੰਨੀ ਕੁ ਘਟਾਈ ਹੁੰਦੀ ਵੀ ਤੁਹਾਨੂੰ ਸ਼ੂਜ਼ ਪਾ ਕੇ ਵੀ ਉੱਧਰ ਨਹੀਂ ਜਾਣ ਦਿੰਦੇ। ਉਹ ਕਹਿੰਦੇ ਸ਼ੂਜ਼ ਵੀ ਬਾਹਰ ਉਤਾਰ ਕੇ ਜਾਓ। ਰੀਜ਼ਨ ਕਿਉਂ, ਰੀਜ਼ਨ ਕੀ ਇਹਦਾ, ਵੀ ਜੇ ਉੱਥੇ ਰੈਜ਼ਿਸਟੈਂਸ ਹੋਏਗੀ, ਜੇ ਉੱਥੇ ਮਿੱਟੀ ਹੋਏਗੀ, ਉਹ ਜਿਹੜੀ ਬੋਲ ਤੁਸੀਂ ਸੱਟਦੇ ਪਏ ਹੋ ਉਹਨੇ ਰੋਲ ਹੀ ਨਹੀਂ ਕਰਨਾ ਪੂਰੀ ਤਰ੍ਹਾਂ, ਉਹ ਰੋਲ ਹੀ ਤਾਂ ਕਰੇਗੀ ਜੇ ਰੈਜ਼ਿਸਟੈਂਸ ਘੱਟ ਹੋਏਗੀ। ਇਸ ਕਰਕੇ ਕੋਈ ਵੀ ਚੀਜ਼ ਹੈ ਜਦੋਂ ਵੀ ਉਹ ਰੋਡ ਦੇ ਉੱਪਰ ਚੱਲਦੀ ਹੈ, ਚਾਹੇ ਟਾਇਰ ਹੈ, ਟਾਇਰ ਹੀ ਰੋਡ ਦੇ ਉੱਪਰ ਚੱਲਦਾ ਹੈ ਅਤੇ ਉਹਦੇ 'ਚ ਜਿਹੜੀ ਰੈਜ਼ਿਸਟੈਂਸ ਹੈ ਉਹ ਰੋਲਿੰਗ ਰੈਜ਼ਿਸਟੈਂਸ ਜਿਹੜੀ ਹੈ ਉਹਨੂੰ ਘੱਟ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਜਿੰਨੀ ਘੱਟ ਰੋਲਿੰਗ ਰੈਜ਼ਿਸਟੈਂਸ ਹੋਏਗੀ ਚੀਜ਼ ਉਨੀ ਸਮੂਥਲੀ ਚੱਲੇਗੀ, ਅਤੇ ਜਿੰਨੀ ਜ਼ਿਆਦਾ ਰੋਲਿੰਗ ਰੈਜ਼ਿਸਟੈਂਸ ਹੋਏਗੀ ਉਨੀ ਘੱਟ ਚੱਲੇਗੀ। ਰੋਲਿੰਗ ਰੈਜ਼ਿਸਟੈਂਸ ਮਤਲਬ ਕਿਸੇ ਚੀਜ਼ ਨੂੰ ਰੋਲ ਕਰਨ ਤੋਂ ਰੋਕਣਾ। ਜਿਵੇਂ ਟਾਇਰ ਹੈ, ਟਾਇਰ ਨੂੰ ਰੋਲ ਕਰਨ ਤੋਂ ਰੋਕਣਾ, ਰੋਲ ਕਰਨ ਤੋਂ ਮਤਲਬ ਰੋਕਣਾ ਮਤਲਬ ਚੱਲਣ ਤੋਂ ਰੋਕਣਾ, ਉਹਨੂੰ ਅਸੀਂ ਰੋਲਿੰਗ ਰੈਜ਼ਿਸਟੈਂਸ ਕਹਿੰਦੇ ਹਾਂ। ਇਟ ਡਿਪੈਂਡਸ ਅਪੋਨ ਦੀ ਫੋਲੋਇੰਗ ਫੈਕਟਰਸ। ਰੋਲਿੰਗ ਰੈਜ਼ਿਸਟੈਂਸ ਹੁਣ ਡਿਪੈਂਡ ਕਿਹਦੇ 'ਤੇ ਕਰਦੀ ਹੈ, ਕੁਛ ਫੈਕਟਰਸ ਨੇ ਜਿਨ੍ਹਾਂ 'ਤੇ ਰੋਲਿੰਗ ਰੈਜ਼ਿਸਟੈਂਸ ਡਿਪੈਂਡ ਕਰਦੀ ਹੈ। ਨੰਬਰ ਏ ਕੰਡੀਸ਼ਨ ਆਫ ਰੋਡ, ਬਈ ਜਿਹੜੀ ਰੋਡ 'ਤੇ ਆਪਾਂ ਜਾਂਦੇ ਪਏ ਹਾਂ ਉਹਦੀ ਕੰਡੀਸ਼ਨ ਕਿੱਦਾਂ ਦੀ ਹੈ, ਰੋਡ ਟੁੱਟੀ ਭੱਜੀ ਤਾਂ ਨਹੀਂ, ਉੱਬੜ ਖਾਬੜ ਤਾਂ ਨਹੀਂ, ਠੀਕ ਹੈ, ਕੰਸਟਰਕਸ਼ਨ ਤਾਂ ਨਹੀਂ ਚੱਲਦੀ ਵੀ ਰੋਡ 'ਤੇ, ਰੋਡ ਬਣਦੀ ਤਾਂ ਨਹੀਂ ਪਈ। ਇਸ ਕਰਕੇ ਜਿਹੜੀ ਰੋਡ ਦੀ ਕੰਡੀਸ਼ਨ ਹੈ ਉਹਦੇ 'ਤੇ ਡਿਪੈਂਡ ਕਰੇਗਾ। ਨੰਬਰ 2 ਕੰਡੀਸ਼ਨ ਆਫ ਟਾਇਰ, ਜਿਹੜਾ ਤੁਹਾਡੀ ਗੱਡੀ ਦਾ ਟਾਇਰ ਹੈ ਉਹਦੀ ਕੰਡੀਸ਼ਨ ਕੀ ਹੈ। ਠੀਕ ਹੈ, ਤੁਸੀਂ ਟਾਇਰ ਚੌੜਾ ਪਵਾਇਆ ਹੈ, ਟਾਇਰ ਪਤਲਾ ਪਵਾਇਆ ਹੈ, ਟਾਇਰ ਤੁਹਾਡਾ ਘਸਿਆ ਹੋਇਆ ਹੈ, ਟਾਇਰ ਤੁਹਾਡਾ ਖਰਾਬ ਹੋ ਚੁੱਕਾ ਹੈ, ਟਾਇਰ ਦੇ ਬੀਡਸ ਖਰਾਬ ਹੋ ਚੁੱਕੇ ਨੇ, ਜਾਂ ਟਾਇਰ ਦੇ ਵਿੱਚ ਕੋਈ ਹੋਰ ਪ੍ਰੋਬਲਮ ਹੈ, ਉਹ ਸਾਰੀਆਂ ਚੀਜ਼ਾਂ, ਟਾਇਰ ਤੁਹਾਡਾ ਪੈਂਚਰ ਤਾਂ ਨਹੀਂ, ਟਾਇਰ ਸਭ ਕੁਝ ਜਿਹੜਾ ਹੈ ਉਹਨੂੰ ਕੰਸੀਡਰ ਕਰਨਾ ਪੈਂਦਾ ਹੈ। ਇਸ ਕਰਕੇ ਕੰਡੀਸ਼ਨ ਆਫ ਦੀ ਟਾਇਰ ਇਜ਼ ਆਲਸੋ ਇੰਪੋਰਟੈਂਟ। ਕੰਡੀਸ਼ਨ ਆਫ ਰੋਡ ਐਜ਼ ਵੈਲ ਐਜ਼ ਕੰਡੀਸ਼ਨ ਆਫ ਟਾਇਰ ਬੋਥ ਆਰ ਇਕੁਅਲੀ ਇੰਪੋਰਟੈਂਟ। ਤੀਸਰੇ ਨੰਬਰ 'ਤੇ ਆਇਆ ਟਾਇਰ ਇਨਫਲੇਸ਼ਨ। ਟਾਇਰ ਇਨਫਲੇਸ਼ਨ ਦਾ ਮਤਲਬ ਕੀ ਹੈ, ਟਾਇਰ ਨੂੰ ਤੁਸੀਂ ਇਨਫਲੇਟ ਕਿੰਨਾ ਕੀਤਾ ਹੋਇਆ, ਵੀ ਟਾਇਰ ਦੇ ਵਿੱਚ ਜਿਹੜੀ ਏਅਰ ਹੈ ਉਹਦਾ ਪ੍ਰੈਸ਼ਰ ਕਿੰਨਾ ਹੈ। ਠੀਕ ਹੈ, ਜੇ ਟਾਇਰ ਦੇ ਵਿੱਚ ਏਅਰ ਦਾ ਪ੍ਰੈਸ਼ਰ ਜ਼ਿਆਦਾ ਹੈ ਤੁਹਾਡਾ ਵਹੀਕਲ ਆਰਾਮ ਨਾਲ ਰੋਲ ਕਰਦਾ ਜਾਏਗਾ, ਪ੍ਰੈਸ਼ਰ ਘੱਟ ਹੈ ਥੋੜ੍ਹੀ ਫੋਰਸ ਲੱਗੇਗੀ। ਫੋਰ ਐਗਜ਼ਾਮਪਲ ਤੁਹਾਡਾ ਪੈਂਚਰ ਹੋ ਗਿਆ ਟਾਇਰ, ਟਾਇਰ ਜਦੋਂ ਪੈਂਚਰ ਹੋ ਜਾਂਦਾ ਉਦੋਂ ਵਹੀਕਲ ਨੂੰ ਮੂਵ ਕਰਾਉਣਾ ਕਿੰਨਾ ਮੁਸ਼ਕਿਲ ਹੋ ਜਾਂਦਾ। ਸੋ ਜਿਹੜੀ ਟਾਇਰ ਇਨਫਲੇਸ਼ਨ ਹੈ ਉਹ ਵੀ ਰੋਲਿੰਗ ਰੈਜ਼ਿਸਟੈਂਸ 'ਤੇ ਫਰਕ ਪਾਉਂਦੀ ਹੈ। ਵਹੀਕਲ ਲੋਡ ਇੰਕਲੂਡਿੰਗ ਕੈਰੇਜ। ਵਹੀਕਲ ਲੋਡ ਇੰਕਲੂਡਿੰਗ ਕੈਰੇਜ ਦਾ ਮਤਲਬ ਕੀ ਹੈ, ਵੀ ਤੁਹਾਡੀ ਗੱਡੀ ਦਾ ਭਾਰ ਕਿੰਨਾ ਹੈ। ਤੁਹਾਡੀ ਗੱਡੀ ਦੇ ਵਿੱਚ ਜੇ ਕੋਈ ਸਮਾਨ ਪਿਆ ਜਾਂ ਪੈਸੇਂਜਰਸ ਬੈਠੇ ਨੇ, ਉਹ ਸਾਰਾ ਇਹਦਾ ਟੋਟਲ ਜਿਹੜਾ ਵੇਟ ਹੈ ਉਹਦੇ 'ਤੇ ਵੀ ਡਿਪੈਂਡ ਕਰਦਾ ਰੋਲਿੰਗ ਰੈਜ਼ਿਸਟੈਂਸ ਕਿੰਨੀ ਹੋਏਗੀ, ਰੋਲਿੰਗ ਰੈਜ਼ਿਸਟੈਂਸ ਵਧੇਗੀ ਜਾਂ ਘਟੇਗੀ। ਸੋ ਵਹੀਕਲ ਲੋਡ ਇੰਕਲੂਡਿੰਗ ਕੈਰੇਜ, ਇਹ ਵੀ ਜਿਹੜਾ ਇੰਪੋਰਟੈਂਟ ਪੁਆਇੰਟ ਹੈ ਰਿਗਾਰਡਿੰਗ ਰੋਲਿੰਗ ਰੈਜ਼ਿਸਟੈਂਸ। ਲਾਸਟ ਆ ਗਿਆ ਟਾਈਪਸ ਆਫ ਟਾਇਰਸ। ਟਾਇਰ ਆਪਾਂ ਕਿਹੜੀ ਟਾਈਪ ਦਾ ਯੂਜ਼ ਕਰਦੇ ਪਏ ਹਾਂ, ਲਾਈਕ ਆਪਾਂ ਅਲੱਗ ਅਲੱਗ ਤਰ੍ਹਾਂ ਦੇ ਟਾਇਰ ਆਉਂਦੇ, ਉਹ ਤੁਸੀਂ ਅੱਗੇ ਪੜ੍ਹੋਗੇ, ਰੇਡੀਅਲ ਪਲਾਈ, ਕ੍ਰੋਸ ਪਲਾਈ, ਬਾਇਸ ਪਲਾਈ,
ਉਹ ਟਾਇਰ ਕਿਹੜਾ ਯੂਜ਼ ਕਰਦੇ ਪਏ ਹੋ ਉਹਦੇ 'ਤੇ ਵੀ ਡਿਪੈਂਡ ਕਰੇਗਾ। ਸੋ 5 ਚੀਜ਼ਾਂ 'ਤੇ ਰੋਲਿੰਗ ਰੈਜ਼ਿਸਟੈਂਸ ਡਿਪੈਂਡ ਕਰਦੀ ਹੈ। ਕੰਡੀਸ਼ਨ ਆਫ ਰੋਡ, ਕੰਡੀਸ਼ਨ ਆਫ ਟਾਇਰ, ਟਾਇਰ ਇਨਫਲੇਸ਼ਨ, ਵਹੀਕਲ ਲੋਡ, ਟਾਈਪਸ ਆਫ ਟਾਇਰਸ। ਨੈਕਸਟ ਆ ਗਿਆ ਜੀ ਏਅਰ ਰੈਜ਼ਿਸਟੈਂਸ। ਏਅਰ ਰੈਜ਼ਿਸਟੈਂਸ ਮਤਲਬ ਏਅਰ ਮਤਲਬ ਹਵਾ, ਰੈਜ਼ਿਸਟੈਂਸ ਮਤਲਬ ਰੁਕਾਵਟ। ਏਅਰ ਦੇ ਨਾਲ, ਹਵਾ ਦੇ ਨਾਲ ਜਿਹੜੀ ਸਾਨੂੰ ਰੁਕਾਵਟ ਮਿਲਦੀ ਹੈ ਉਹਨੂੰ ਅਸੀਂ ਏਅਰ ਰੈਜ਼ਿਸਟੈਂਸ ਕਹਿੰਦੇ ਹਾਂ। ਵੈਨ ਦੀ ਵਹੀਕਲ ਇਜ਼ ਸਟੇਸ਼ਨਰੀ, ਜਦੋਂ ਵਹੀਕਲ ਸਟੇਸ਼ਨਰੀ ਹੈ, ਵਹੀਕਲ ਮੂਵ ਨਹੀਂ ਕਰਦਾ ਪਿਆ, ਇੱਕ ਜਗ੍ਹਾ 'ਤੇ ਰੁਕਿਆ ਹੋਇਆ ਹੈ, ਇਟ ਫੇਸਿਸ ਦੀ ਰੈਜ਼ਿਸਟੈਂਸ ਆਫ ਬਲੋਇੰਗ ਏਅਰ ਓਨਲੀ। ਉਦੋਂ ਉਹਨੂੰ ਕੀ ਹੁੰਦਾ, ਸਿਰਫ ਜਿਹੜੀ ਉਹਦੇ 'ਤੇ ਏਅਰ ਪੈਂਦੀ ਪਈ ਹੈ, ਬਲੋ ਕਰਕੇ ਏਅਰ ਆਉਂਦੀ ਪਈ ਹੈ, ਉਹੀ ਰੈਜ਼ਿਸਟੈਂਸ ਉਹਨੂੰ ਫੇਸ ਕਰਨੀ ਪੈਂਦੀ ਹੈ। ਠੀਕ ਹੈ, ਜਦੋਂ ਵਹੀਕਲ ਸਟੇਸ਼ਨਰੀ ਹੋਏਗਾ ਉਦੋਂ ਉਹਦੇ 'ਤੇ ਸਿਰਫ ਅਤੇ ਸਿਰਫ ਉਹੀ ਏਅਰ ਜਿਹੜੀ ਆ ਕੇ ਸਟਰਾਈਕ ਕਰਦੀ ਪਈ ਹੈ ਉਹੀ ਰੁਕਾਵਟ ਪਾਏਗੀ। ਟੂ ਸਟਾਰਟ ਮੂਵਿੰਗ ਇਟ ਹੈਜ਼ ਟੂ ਓਵਰਕਮ ਦਿਸ ਰੈਜ਼ਿਸਟੈਂਸ। ਜੇ ਅਸੀਂ ਵਹੀਕਲ ਨੂੰ ਮੂਵ ਕਰਾਉਣਾ ਚਾਹੁੰਦੇ ਹਾਂ ਨਾ, ਸਾਨੂੰ ਪਹਿਲੇ ਇਸ ਰੈਜ਼ਿਸਟੈਂਸ ਨੂੰ ਓਵਰਕਮ ਕਰਨਾ ਪਏਗਾ, ਏਅਰ ਰੈਜ਼ਿਸਟੈਂਸ ਨੂੰ ਸਭ ਤੋਂ ਪਹਿਲੇ ਓਵਰਕਮ ਕਰਨਾ ਪਏਗਾ। ਫੋਰ ਐਗਜ਼ਾਮਪਲ ਤੁਸੀਂ ਸਾਈਕਲ ਚਲਾਉਂਦੇ ਹੋ, ਜਦੋਂ ਤੁਸੀਂ ਸਾਈਕਲ ਚਲਾਉਂਦੇ ਹੋ ਕਈ ਵਾਰ ਤੁਸੀਂ ਦੇਖਿਆ ਹੋਏਗਾ ਜਦੋਂ ਬੜੀ ਤੇਜ਼ ਹਵਾ ਚੱਲਦੀ ਹੁੰਦੀ, ਹਨੇਰੀ ਚੱਲਦੀ ਹੁੰਦੀ ਹੈ, ਤੁਹਾਨੂੰ ਸਾਈਕਲ ਚਲਾਉਣ ਦੇ ਵਿੱਚ ਜ਼ੋਰ ਲੱਗਦਾ ਹੈ। ਉਹ ਜ਼ੋਰ ਕਿਉਂ ਲੱਗਦਾ ਹੈ? ਏਅਰ ਜਿਹੜੀ ਨਾ ਉਹ ਤੁਹਾਨੂੰ ਅੱਗੇ ਵਧਣ ਤੋਂ ਰੋਕਦੀ ਹੈ, ਬਟ ਤੁਸੀਂ ਸਟਿਲ ਮੂਵ ਕਰਦੇ ਹੋ। ਹਨੇਰੀ ਚੱਲਦੀ ਹੋਵੇ, ਤੁਸੀਂ ਹਨੇਰੀ ਦੇ ਵਿੱਚ ਜਦੋਂ ਤੁਰਨ ਦੀ ਕੋਸ਼ਿਸ਼ ਕਰਦੇ ਹੋ ਅਗੇਂਸਟ ਦੀ ਵਿੰਡ, ਉਹ ਵੀ ਤੁਹਾਨੂੰ ਰੋਕਦੀ ਹੈ। ਕਿਉਂ ਰੋਕਦੀ ਹੈ? ਏਅਰ ਜਿਹੜੀ ਹੈ ਰੈਜ਼ਿਸਟੈਂਸ, ਰੁਕਾਵਟ, ਮਤਲਬ ਤੁਹਾਡੇ 'ਤੇ ਰੁਕਾਵਟ ਪਾਉਂਦੀ ਪਈ ਹੈ, ਤੁਹਾਨੂੰ ਅੱਗੇ ਜਾਣ ਤੋਂ ਰੋਕਦੀ ਪਈ ਹੈ। ਠੀਕ ਹੈ, ਇਸ ਕਰਕੇ ਵਹੀਕਲ ਜੇ ਤੇ ਖੜਾ ਹੈ ਉਹਦੇ 'ਤੇ ਸਿਰਫ ਏਅਰ ਰੈਜ਼ਿਸਟੈਂਸ ਜਿਹੜੀ ਚੱਲਦੀ ਪਈ ਹੈ ਉਹਨੇ ਫੋਰਸ ਪਾਣੀ ਹੈ। ਅਤੇ ਜਦੋਂ ਅਸੀਂ ਵਹੀਕਲ ਨੂੰ ਮੂਵ ਕਰਾਉਣਾ ਨਾ, ਸਾਨੂੰ ਸਭ ਤੋਂ ਪਹਿਲੇ ਏਅਰ ਰੈਜ਼ਿਸਟੈਂਸ ਜਿਹੜੀ ਹੈ ਉਹਨੂੰ ਓਵਰਕਮ ਕਰਨਾ ਪਏਗਾ। ਬਟ ਵੈਨ ਦੀ ਵਹੀਕਲ ਇਜ਼ ਮੂਵਿੰਗ, ਜਦੋਂ ਵਹੀਕਲ ਮੂਵ ਕਰਨਾ ਸਟਾਰਟ ਕਰ ਦਿੰਦਾ ਹੈ, ਦੀ ਏਅਰ ਰੈਜ਼ਿਸਟੈਂਸ ਇੰਕਰੀਜ਼ਿਜ਼, ਜਿਹੜੀ ਏਅਰ ਰੈਜ਼ਿਸਟੈਂਸ ਹੈ ਉਹ ਵੱਧ ਜਾਂਦੀ ਹੈ, ਬਿਕੋਜ਼ ਵੈਲੋਸਿਟੀ ਆਫ ਏਅਰ ਸਟ੍ਰਾਈਕਿੰਗ ਦੀ ਵਹੀਕਲ ਇਜ਼ ਇੰਕਰੀਜ਼ਡ। ਕਿਉਂਕਿ ਏਅਰ ਜਿਹੜੀ ਹੈ ਜਦੋਂ ਉਹਦੇ 'ਤੇ ਆ ਕੇ ਸਟਰਾਈਕ ਕਰਦੀ ਹੈ ਵਹੀਕਲ 'ਤੇ, ਉਹ ਵੀ ਵੱਧ ਜਾਂਦੀ ਹੈ। ਫੋਰ ਐਗਜ਼ਾਮਪਲ ਜੇ ਮੰਨ ਲਓ ਬਾਰਿਸ਼ ਹੁੰਦੀ ਪਈ ਹੈ, ਤੁਸੀਂ ਆਪਣੇ ਬਾਹਰ ਜਾ ਕੇ ਦੇਖੋਗੇ ਬਾਰਿਸ਼ ਹੁੰਦੀ ਪਈ ਹੈ, ਹਲਕੀ ਹਲਕੀ ਬਾਰਿਸ਼ ਹੈ, ਤੁਹਾਨੂੰ ਫੀਲ ਹੋਏਗਾ ਵੀ ਬਾਰਿਸ਼ ਹਲਕੀ ਹੈ। ਬਟ ਜਦੋਂ ਤੁਸੀਂ ਬਾਈਕ ਲੈ ਕੇ ਰੋਡ ਦੇ ਉੱਪਰ ਨਿਕਲਦੇ ਹੋ, ਉਹੀ ਬਾਰਿਸ਼ ਜਿਹੜੀ ਹਲਕੀ ਹਲਕੀ ਹੁੰਦੀ ਹੈ ਉਹ ਤੁਹਾਨੂੰ ਜ਼ਿਆਦਾ ਲੱਗਣ ਲੱਗ ਪੈਂਦੀ ਹੈ। ਕਿਉਂ? ਕਿਉਂਕਿ ਤੁਸੀਂ ਬਾਈਕ ਦੀ ਜਿਹੜੀ ਵੈਲੋਸਿਟੀ ਹੈ ਨਾ, ਉਹ ਵੀ ਬਾਰਿਸ਼ ਦੀ ਵੈਲੋਸਿਟੀ ਦੇ ਵਿੱਚ ਐਡ ਹੁੰਦੀ ਪਈ ਹੈ। ਠੀਕ ਹੈ, ਇੱਦਾਂ ਹੀ ਜਿਹੜੀ ਏਅਰ ਰੈਜ਼ਿਸਟੈਂਸ ਹੈ, ਜੇ ਤਾਂ ਵਹੀਕਲ ਸਟੇਸ਼ਨਰੀ ਹੈ ਫਿਰ ਤੁਹਾਨੂੰ ਲੱਗੇਗਾ ਏਅਰ ਰੈਜ਼ਿਸਟੈਂਸ ਘੱਟ ਹੀ ਹੈ, ਕਿੰਨੀ ਕੁ ਏਅਰ ਚੱਲਦੀ ਪਈ ਹੈ, ਜੇ ਮਾੜੀ ਮੋਟੀ ਏਅਰ ਆ ਕੇ ਸਟਰਾਈਕ ਕਰਦੀ ਵੀ ਪਈ ਹੈ ਤਾਂ ਕੋਈ ਗੱਲ ਨਹੀਂ, ਵਹੀਕਲ ਸਾਡਾ ਮੂਵ ਕਰੇਗਾ। ਬਟ ਜਦੋਂ ਤੁਹਾਨੂੰ ਵਹੀਕਲ ਚਲਾਉਣਾ ਪੈਂਦਾ ਉਦੋਂ ਤੁਹਾਨੂੰ ਐਕਚੁਅਲ ਦੇ ਵਿੱਚ ਪਤਾ ਲੱਗਦਾ ਵੀ ਏਅਰ ਰੈਜ਼ਿਸਟੈਂਸ ਕਿੰਨੀ ਹੈ। ਕਿਉਂ? ਕਿਉਂਕਿ ਏਅਰ ਰੈਜ਼ਿਸਟੈਂਸ ਜਿਹੜੀ ਹੈ ਉਹ ਇੰਕਰੀਜ਼ ਹੋ ਜਾਂਦੀ ਹੈ। ਠੀਕ ਹੈ, ਏਅਰ ਸਟਰਾਈਕਿੰਗ ਦੀ ਵਹੀਕਲ ਇਜ਼ ਇੰਕਰੀਜ਼ਡ, ਜਿਹੜੀ ਏਅਰ ਵਹੀਕਲ ਨੂੰ ਸਟਰਾਈਕ ਕਰਦੀ ਪਈ ਉਹ ਵੱਧ ਗਈ, ਉਹਦੇ ਨਾਲ ਕੀ ਹੋਇਆ, ਏਅਰ ਰੈਜ਼ਿਸਟੈਂਸ ਵੱਧ ਗਈ। ਦਿਸ ਰੈਜ਼ਿਸਟੈਂਸ ਇਜ਼ ਪ੍ਰੋਪੋਰਸ਼ਨਲ ਟੂ ਦੀ ਸਕੇਅਰ ਆਫ ਦੀ ਵੈਲੋਸਿਟੀ ਆਫ ਏਅਰ। ਇਹ ਜਿਹੜੀ ਰੈਜ਼ਿਸਟੈਂਸ ਹੈ ਇਹ ਕਿਹਦੇ ਪ੍ਰੋਪੋਰਸ਼ਨਲ ਹੈ? ਸਕੇਅਰ ਆਫ ਦੀ ਵੈਲੋਸਿਟੀ। ਜੇ ਵਹੀਕਲ, ਜੇ ਏਅਰ 10 ਦੀ ਸਪੀਡ 'ਤੇ ਚੱਲਦੀ ਪਈ ਹੈ ਨਾ, 10 ਕਿਲੋਮੀਟਰ ਪਰ ਆਵਰ ਦੀ ਸਪੀਡ 'ਤੇ ਚੱਲਦੀ ਪਈ ਹੈ, ਅਤੇ ਉਹਨੂੰ ਤੁਸੀਂ ਡਬਲ ਕਰ ਦਿਓ, ਸਕੇਅਰ ਕਰ ਦਿਓ, ਸੋਰੀ, ਉਹਦਾ 10 ਦਾ ਸਕੇਅਰ ਹੋ ਗਿਆ 100, ਅਤੇ ਤੁਹਾਨੂੰ 100 ਕਿਲੋਮੀਟਰ ਪਰ ਆਵਰ ਦੀ ਏਅਰ ਰੈਜ਼ਿਸਟੈਂਸ ਜਿਹੜੀ ਉਹ ਮਿਲੇਗੀ। ਜਦੋਂ ਅਸੀਂ ਆਪਣੇ ਫ਼ੋਨ ਦੇ ਵਿੱਚ ਟੈਂਪਰੇਚਰ ਵਗੈਰਾ ਚੈੱਕ ਕਰਦੇ ਹਾਂ, ਵੈਦਰ ਚੈੱਕ ਕਰਦੇ ਹਾਂ, ਨੀਚੇ ਨਾ ਏਅਰ ਦੀ ਸਪੀਡ ਵੀ ਲਿਖ ਕੇ ਆਉਂਦੀ ਹੁੰਦੀ ਹੈ, ਏਅਰ ਦੀ ਵੈਲੋਸਿਟੀ ਵੀ ਲਿਖ ਕੇ ਆਉਂਦੀ ਹੈ ਵੀ ਏਅਰ ਕਿੰਨੀ ਵੈਲੋਸਿਟੀ 'ਤੇ ਮੂਵ ਕਰਦੀ ਪਈ ਹੈ। ਕਦੀ 5 ਹੁੰਦੀ, ਕਦੀ 10 ਹੁੰਦੀ, ਕਦੀ 18 ਹੁੰਦੀ। ਜਦੋਂ ਹਨੇਰੀਆਂ ਤੂਫਾਨ ਆਉਂਦੇ ਨੇ ਉਦੋਂ 40-40, 50-50 ਦੀ ਸਪੀਡ 'ਤੇ ਵੀ ਏਅਰ ਜਿਹੜੀ ਹੈ ਉਹ ਵੈਲੋਸਿਟੀ 'ਤੇ ਮੂਵ ਕਰਦੀ ਹੈ। ਉਹ ਕਹਿੰਦੇ ਜੇ ਅਸੀਂ ਉਹਨੂੰ ਸਕੇਅਰ ਕਰ ਦਈਏ, ਮੰਨ ਲਓ 40 ਦੀ ਸਪੀਡ 'ਤੇ ਤੂਫਾਨ ਆਇਆ, ਕੋਈ 40-50 ਦੀ ਸਪੀਡ 'ਤੇ ਤੂਫਾਨ ਆਇਆ, ਅਤੇ ਉਹ ਦੇਖ ਲਓ ਕਿੱਥੇ ਸਕੇਅਰ ਦੀ ਉਹਦੀ ਗੱਲ ਜਾ ਕੇ ਪੈਂਦੀ, 1600 ਕਿਲੋਮੀਟਰ ਪਰ ਆਵਰ ਦੀ ਵੈਲੋਸਿਟੀ, ਸੋਰੀ ਰੈਜ਼ਿਸਟੈਂਸ ਜਿਹੜੀ ਉਹ ਸਕੇਅਰ ਹੋ ਜਾਂਦੀ ਹੈ। ਸੋ ਇਫ ਦੀ ਏਅਰ ਵੈਲੋਸਿਟੀ ਇਜ਼ ਡਬਲਡ, ਦੀ ਏਅਰ ਰੈਜ਼ਿਸਟੈਂਸ ਇੰਕਰੀਜ਼ਿਜ਼ 4 ਟਾਈਮਸ। ਜੇ ਅਸੀਂ ਏਅਰ ਦੀ ਵੈਲੋਸਿਟੀ ਨੂੰ ਡਬਲ ਕਰਦੇ ਹਾਂ, ਉਹਦੀ ਜਿਹੜੀ ਰੈਜ਼ਿਸਟੈਂਸ ਹੈ ਉਹ 4 ਗੁਣਾ ਵੱਧ ਜਾਂਦੀ ਹੈ। ਟੂ ਲੈਸਨ ਦਿਸ ਰੈਜ਼ਿਸਟੈਂਸ, ਦੀ ਵਹੀਕਲ ਫਰੰਟ ਬੋਡੀ ਸ਼ੇਪ ਇਜ਼ ਮੇਡ ਸਟ੍ਰੀਮਲਾਈਨਡ। ਕਹਿੰਦੇ ਜੇ ਅਸੀਂ ਇਸ ਰੈਜ਼ਿਸਟੈਂਸ ਨੂੰ ਘਟਾਉਣਾ ਚਾਹੁੰਦੇ ਹਾਂ ਅਤੇ ਉਹਦੇ ਲਈ ਸਾਨੂੰ ਕੀ ਕਰਨਾ ਪਏਗਾ, ਜਿਹੜੀ ਵਹੀਕਲ ਦੀ ਬੋਡੀ ਦੀ ਸ਼ੇਪ ਹੈ ਉਹਨੂੰ ਸਟ੍ਰੀਮਲਾਈਨ ਕਰਨਾ ਪਏਗਾ, ਐਰੋਡਾਇਨਮਿਕ ਕਰਨਾ ਪਏਗਾ। ਐਰੋਡਾਇਨਮਿਕ ਮਤਲਬ ਉਹਦੀ ਸ਼ੇਪ ਅਸੀਂ ਐਰੋਪਲੇਨ ਦੇ ਵਿੰਗ ਵਾਂਗੂ ਬਣਾ ਦਾਂਗੇ, ਸਟ੍ਰੀਮਲਾਈਨ ਕਰ ਦਾਂਗੇ, ਤਾਂ ਜੋ ਜਿਹੜੀ ਏਅਰ ਉਹਦੇ 'ਤੇ ਆ ਕੇ ਸਟਰਾਈਕ ਕਰੇ ਉਹ ਪਿੱਛੇ ਚਲੀ ਜਾਵੇ। ਤੁਸੀਂ ਦੇਖਿਆ ਹੋਏਗਾ ਰੇਸਿੰਗ ਕਾਰਸ ਜਿਹੜੀਆਂ ਹੁੰਦੀਆਂ ਨੇ ਉਹ ਐਰੋਡਾਇਨਮਿਕ ਹੁੰਦੀਆਂ ਨੇ। ਠੀਕ ਹੈ, ਤਾਂ ਜੋ ਉਹਨਾਂ ਦੇ ਉੱਤੇ ਆ ਕੇ ਜਿਹੜੀ ਏਅਰ ਸਟਰਾਈਕ ਕਰੇ ਉਹ ਸਟਰਾਈਕ ਕਰਕੇ ਪਿੱਛੇ ਚਲੀ ਜਾਵੇ। ਇਹ ਅਸੀਂ ਸਟ੍ਰੀਮਲਾਈਨਿੰਗ, ਬੋਡੀ ਸਟ੍ਰੀਮਲਾਈਨਿੰਗ 'ਚ ਪੜ੍ਹ ਚੁੱਕੇ ਹਾਂ, ਪਹਿਲੇ ਚੈਪਟਰ 'ਚ ਪੜ੍ਹ ਚੁੱਕੇ ਹਾਂ। ਨੈਕਸਟ ਆ ਗਿਆ ਜੀ ਗ੍ਰੇਡੀਅੰਟ ਰੈਜ਼ਿਸਟੈਂਸ।
ਇਹ ਤੁਹਾਡੇ ਲਈ ਇੱਕ ਨਵਾਂ ਵਰਡ ਹੈ ਗ੍ਰੇਡੀਐਂਟ ਰੈਜ਼ਿਸਟੈਂਸ। ਗ੍ਰੇਡੀਐਂਟ ਦਾ ਮਤਲਬ ਕੀ ਹੁੰਦਾ? ਢਲਾਨ। ਜਿਹੜੀ ਢਲਾਨ ਹੈ ਉਹ ਵੀ ਵਹੀਕਲ ਨੂੰ ਅੱਗੇ ਮੂਵ ਕਰਨ ਤੋਂ ਰੋਕਦੀ ਹੈ। ਇਸ ਕਰਕੇ ਆਪਾਂ ਜਦੋਂ ਪਹਾੜੀ ਏਰੀਆ 'ਚ ਜਾਂਦੇ ਹਾਂ, ਹਿੱਲੀ ਏਰੀਆ 'ਚ ਜਾਂਦੇ ਹਾਂ, ਸਾਡੀ ਗੱਡੀ ਦਾ ਜ਼ੋਰ ਲੱਗਦਾ ਹੈ। ਉਹ ਜ਼ੋਰ ਕਿਉਂ ਲੱਗਦਾ ਹੈ? ਕਿਉਂਕਿ ਢਲਾਨ ਹੈ, ਅਸੀਂ ਢਲਾਨ ਦੇ ਉੱਪਰ ਚੜ੍ਹਨਾ ਹੈ। ਮੰਨ ਲਓ ਆਪਾਂ ਪੈਦਲ ਵੀ ਜੇ ਕੋਈ ਢਲਾਨ ਚੜ੍ਹਦੇ ਹਾਂ ਤਾਂ ਵੀ ਸਾਡਾ ਜ਼ੋਰ ਲੱਗਦਾ ਹੈ, ਠੀਕ ਹੈ। ਸਾਈਕਲ 'ਤੇ ਵੀ ਜੇ ਚੜ੍ਹਦੇ ਹਾਂ ਤਾਂ ਵੀ ਸਾਡਾ ਜ਼ੋਰ ਲੱਗਦਾ ਹੈ। ਦਿਸ ਰੈਜ਼ਿਸਟੈਂਸ ਇਜ਼ ਡਿਊ ਟੂ ਦੀ ਇੰਕਲੀਨੇਸ਼ਨ ਆਫ ਦੀ ਰੋਡ ਟੂ ਦੀ ਹੋਰੀਜ਼ਨ। ਜਿਹੜਾ ਹੋਰੀਜ਼ੋਨਟਲ ਪਾਰਟ ਹੈ ਰੋਡ ਦਾ, ਉਹਦੇ ਨਾਲ ਕਿੰਨਾ ਇੰਕਲਾਈਨਡ ਹੈ, ਕਿੰਨੀ ਇੰਕਲੀਨੇਸ਼ਨ ਹੈ, ਕਿੰਨੇ ਐਂਗਲ 'ਤੇ ਢਲਾਨ ਹੈ, ਉਹਦੇ 'ਤੇ ਵੀ ਡਿਪੈਂਡ ਕਰਦਾ ਹੈ ਵੀ ਰੈਜ਼ਿਸਟੈਂਸ ਜਿਹੜੀ ਹੈ ਕਿੰਨੀ ਹੋਏਗੀ। ਉਹਨੂੰ ਅਸੀਂ ਕਹਿੰਦੇ ਹਾਂ ਗ੍ਰੇਡੀਐਂਟ ਰੈਜ਼ਿਸਟੈਂਸ। ਵੈਨ ਕਲਾਈਂਬਿੰਗ ਅਪ ਦੀ ਵਹੀਕਲ ਫੇਸਿਸ ਮੋਰ ਰੈਜ਼ਿਸਟੈਂਸ ਦੈਨ ਦੀ ਡਾਊਨ ਹਿਲ ਮੂਵਮੈਂਟ। ਜਦੋਂ ਅਸੀਂ ਕਿਸੇ ਹਿਲ ਦੇ ਉੱਪਰ ਜਾਂਦੇ ਹਾਂ ਉਦੋਂ ਸਾਨੂੰ ਇਸ ਰੈਜ਼ਿਸਟੈਂਸ ਨੂੰ ਜ਼ਿਆਦਾ ਫੇਸ ਕਰਨਾ ਪੈਂਦਾ ਹੈ, ਅਤੇ ਜਦੋਂ ਅਸੀਂ ਡਾਊਨ ਆਉਂਦੇ ਹਾਂ ਉਦੋਂ ਸਾਨੂੰ ਇੱਦਾਂ ਦੀ ਕੋਈ ਰੈਜ਼ਿਸਟੈਂਸ ਫੇਸ ਨਹੀਂ ਕਰਨੀ ਪੈਂਦੀ। ਇਹ ਰੈਜ਼ਿਸਟੈਂਸ ਸਾਨੂੰ ਫੇਸ ਕਰਨੀ ਪੈਂਦੀ ਹੈ ਸਿਰਫ ਉੱਪਰ ਜਾਂਦੇ ਹੋਏ, ਨੀਚੇ ਆਉਂਦੇ ਹੋਏ ਸਾਨੂੰ ਕਿਸੇ ਤਰ੍ਹਾਂ ਦੀ ਰੈਜ਼ਿਸਟੈਂਸ ਜਿਹੜੀ ਹੈ ਉਹ ਫੇਸ ਨਹੀਂ ਕਰਨੀ ਪੈਂਦੀ। ਡਾਊਨ ਹਿਲ ਮੂਵਮੈਂਟ ਦੇ ਵਿੱਚ ਇਹ ਰੈਜ਼ਿਸਟੈਂਸ ਜਿਹੜੀ ਉਹ ਘੱਟ ਜਾਂਦੀ ਹੈ ਅਤੇ ਅਪ ਹਿਲ ਦੇ ਵਿੱਚ ਇਹ ਰੈਜ਼ਿਸਟੈਂਸ ਵੱਧ ਜਾਂਦੀ ਹੈ। ਹੁਣ ਆ ਗਿਆ ਜੀ ਟਰੈਕਟਿਵ ਐਫਰਟ। ਟਰੈਕਟਿਵ ਐਫਰਟ ਕੀ ਚੀਜ਼ ਹੈ? ਦੀ ਸਮ ਆਫ ਆਲ ਦੀ ਅਬਵ 3 ਰੈਜ਼ਿਸਟੈਂਸ ਇਜ਼ ਕਾਲਡ ਟਰੈਕਟਿਵ ਰੈਜ਼ਿਸਟੈਂਸ। ਕਹਿੰਦੇ ਜਿਹੜੀਆਂ ਆਪਾਂ 3 ਰੈਜ਼ਿਸਟੈਂਸ ਪੜ੍ਹੀਆਂ, ਰੋਲਿੰਗ ਰੈਜ਼ਿਸਟੈਂਸ, ਏਅਰ ਰੈਜ਼ਿਸਟੈਂਸ ਅਤੇ ਗ੍ਰੇਡੀਐਂਟ ਰੈਜ਼ਿਸਟੈਂਸ, ਜੇ ਅਸੀਂ ਤਿੰਨਾਂ ਨੂੰ ਐਡ ਕਰ ਦਈਏ, ਤਿੰਨਾਂ ਦਾ ਸਮ ਕਰ ਦਈਏ, ਤਿੰਨਾਂ ਦਾ ਸਮ ਕਰਕੇ ਸਾਡੇ ਕੋਲ ਜਿਹੜੀ ਰੈਜ਼ਿਸਟੈਂਸ ਆਏਗੀ ਉਹਨੂੰ ਅਸੀਂ ਕਹਾਂਗੇ ਟਰੈਕਟਿਵ ਰੈਜ਼ਿਸਟੈਂਸ, ਠੀਕ ਹੈ ਜੀ। 3 ਰੈਜ਼ਿਸਟੈਂਸ ਨੇ ਅਲੱਗ-ਅਲੱਗ, ਉਹਨਾਂ ਤਿੰਨਾਂ ਰੈਜ਼ਿਸਟੈਂਸਿਸ ਨੂੰ ਅਸੀਂ ਜੇ ਐਡ ਕਰਤਾ ਉਹਨੂੰ ਅਸੀਂ ਕਹਿ ਤਾ ਟਰੈਕਟਿਵ ਰੈਜ਼ਿਸਟੈਂਸ, ਅਤੇ ਉਹਦੇ 'ਚ ਆ ਕੀ ਗਿਆ? ਰੋਲਿੰਗ ਰੈਜ਼ਿਸਟੈਂਸ ਪਲੱਸ ਏਅਰ ਰੈਜ਼ਿਸਟੈਂਸ ਪਲੱਸ ਗ੍ਰੇਡੀਐਂਟ ਰੈਜ਼ਿਸਟੈਂਸ, ਠੀਕ ਹੈ ਜੀ। ਤਿੰਨਾਂ ਨੂੰ ਐਡ ਕਰਤਾ, ਜਾਂ ਇਹਨੂੰ ਆਪਾਂ ਟੋਟਲ ਰੈਜ਼ਿਸਟੈਂਸ ਵੀ ਕਹਿ ਸਕਦੇ ਹਾਂ। ਟਰੈਕਟਿਵ ਰੈਜ਼ਿਸਟੈਂਸ ਦੀ ਜਗ੍ਹਾ ਟੋਟਲ ਰੈਜ਼ਿਸਟੈਂਸ ਵੀ ਕਹਿ ਸਕਦੇ। ਟੋਪਿਕ ਆਪਣਾ ਕੀ ਹੈ? ਟਰੈਕਟਿਵ ਐਫਰਟ। ਅਸੀਂ ਟਰੈਕਟਿਵ ਐਫਰਟ ਕਿਹਨੂੰ ਕਹਿੰਦੇ ਹਾਂ? ਟਰੈਕਟਿਵ ਐਫਰਟ ਇਜ਼ ਦੀ ਡਰਾਈਵਿੰਗ ਫੋਰਸ ਰਿਕਵਾਇਰਡ ਟੂ ਪ੍ਰੋਪੈਲ ਦੀ ਵਹੀਕਲ ਡੈਟ ਇਜ਼ ਟੂ ਓਵਰਕਮ ਦੀ ਟਰੈਕਟਿਵ ਰੈਜ਼ਿਸਟੈਂਸ। ਕਹਿੰਦੇ ਜਿਹੜੀਆਂ ਤਿੰਨੋਂ ਰੈਜ਼ਿਸਟੈਂਸ ਸੀਗੀਆਂ, ਏਅਰ, ਗ੍ਰੇਡੀਐਂਟ ਅਤੇ ਰੋਲਿੰਗ, ਇਹ ਤਿੰਨਾਂ ਨੂੰ ਐਡ ਕਰਕੇ ਜਿਹੜੀ ਟੋਟਲ ਰੈਜ਼ਿਸਟੈਂਸ ਆਈ, ਉਸ ਟੋਟਲ ਰੈਜ਼ਿਸਟੈਂਸ ਨੂੰ ਓਵਰਕਮ ਕਰਨ ਦੇ ਲਈ, ਮਤਲਬ ਵਹੀਕਲ ਨੂੰ ਮੂਵ ਕਰਾਉਣ ਦੇ ਲਈ ਜਿੰਨਾ ਕੁ ਜ਼ੋਰ ਚਾਹੀਦਾ ਤਾਂ ਜੋ ਤਿੰਨੋਂ ਰੈਜ਼ਿਸਟੈਂਸ ਢਲਾਨ, ਏਅਰ ਅਤੇ ਰੋਲਿੰਗ, ਠੀਕ ਹੈ, ਗ੍ਰੇਡੀਐਂਟ, ਏਅਰ ਅਤੇ ਰੋਲਿੰਗ ਤਿੰਨਾਂ ਨੂੰ ਪਾਰ ਕਰ ਜਾਵੇ, ਉਹਦੇ ਲਈ ਜਿੰਨਾ ਜ਼ੋਰ ਚਾਹੀਦਾ ਉਹਨੂੰ ਅਸੀਂ ਕਹਿੰਦੇ ਹਾਂ ਟਰੈਕਟਿਵ ਐਫਰਟ। ਸੋ ਟਰੈਕਟਿਵ ਐਫਰਟ ਕੀ ਬਣ ਗਿਆ? ਡਰਾਈਵਿੰਗ ਫੋਰਸ ਬਣ ਗਈ। ਕਾਹਦੇ ਵਾਸਤੇ? ਕਾਹਦੇ ਵਾਸਤੇ ਜਿਹੜੀ ਚਾਹੀਦੀ ਹੈ? ਟੂ ਪ੍ਰੋਪੈਲ ਦੀ ਵਹੀਕਲ ਨੂੰ ਮੂਵ ਕਰਾਉਣ ਦੇ ਲਈ, ਦੈਟ ਇਜ਼ ਟੂ ਓਵਰਕਮ ਦੀ ਟਰੈਕਟਿਵ ਰੈਜ਼ਿਸਟੈਂਸ। ਟਰੈਕਟਿਵ ਰੈਜ਼ਿਸਟੈਂਸ ਤੋਂ ਅੱਗੇ ਜਾਣ ਦੇ ਲਈ ਸਾਨੂੰ ਜਿੰਨੀ ਲੋਡ ਚਾਹੀਦਾ ਸੀਗਾ ਉਹਨੂੰ ਅਸੀਂ ਕਹਿ ਦਿੱਤਾ ਟਰੈਕਟਿਵ ਐਫਰਟ। ਦਿਸ ਐਫਰਟ ਵੇਰੀਜ਼ ਅਕੋਰਡਿੰਗ ਟੂ ਦੀ ਡਰਾਈਵਿੰਗ ਕੰਡੀਸ਼ਨਸ। ਕਹਿੰਦੇ ਇਹ ਜਿਹੜਾ ਐਫਰਟ ਹੈ ਨਾ, ਇਹ ਡਰਾਈਵਿੰਗ ਕੰਡੀਸ਼ਨਸ ਦੇ ਅਕੋਰਡਿੰਗ ਚੇਂਜ ਹੁੰਦਾ ਰਹਿੰਦਾ ਹੈ, ਠੀਕ ਹੈ ਜੀ। ਜਿੱਦਾਂ ਜਿੱਦਾਂ ਡਰਾਈਵਿੰਗ ਕੰਡੀਸ਼ਨਸ ਚੇਂਜ ਹੋਣਗੀਆਂ ਉੱਦਾਂ ਟਰੈਕਟਿਵ ਐਫਰਟ ਚੇਂਜ ਹੋਏਗਾ। ਟੂ ਮੂਵ ਏ ਵਹੀਕਲ ਫਰੋਮ ਸਟੇਸ਼ਨਰੀ ਔਰ ਕਲਾਈਂਬਿੰਗ ਏ ਹਿਲ ਹਾਈ ਇੰਜਨ ਸਪੀਡ ਇਜ਼ ਰਿਕਵਾਇਰਡ। ਕਿਸੇ ਵੀ ਵਹੀਕਲ ਨੂੰ ਅਸੀਂ ਮੂਵ ਕਰਾਉਣਾ ਹੈ ਸਟੇਸ਼ਨਰੀ ਪੁਆਇੰਟ ਤੋਂ, ਜਾਂ ਅਸੀਂ ਕੋਈ ਹਿਲ 'ਤੇ ਚੜ੍ਹਨਾ ਹੈ, ਕੋਈ ਢਲਾਨ 'ਤੇ ਚੜ੍ਹਨਾ ਹੈ, ਹਾਈ ਇੰਜਨ ਸਪੀਡ ਇਜ਼ ਰਿਕਵਾਇਰਡ। ਜਿਹੜੀ ਇੰਜਨ ਦੀ ਸਪੀਡ ਚਾਹੀਦੀ ਹੈ ਉਹ ਜ਼ਿਆਦਾ ਚਾਹੀਦੀ ਹੈ। ਜਦੋਂ ਵੀ ਅਸੀਂ ਕਿਸੇ ਢਲਾਨ 'ਤੇ ਚੜ੍ਹਨਾ ਹੈ ਉਸ ਟਾਈਮ 'ਤੇ ਜਿਹੜੀ ਇੰਜਨ ਦੀ ਸਪੀਡ ਚਾਹੀਦੀ ਹੈ ਉਹ ਜ਼ਿਆਦਾ ਚਾਹੀਦੀ ਹੈ, ਹਾਈ ਇੰਜਨ ਸਪੀਡ ਚਾਹੀਦੀ ਹੈ। ਬਟ ਦੀ ਇੰਜਨ ਸਪੀਡ ਹੈਜ਼ ਇਟਸ ਲਿਮੀਟੇਸ਼ਨਸ। ਮਗਰ ਇੰਜਨ ਸਪੀਡ ਦੀਆਂ ਕੁਛ ਲਿਮੀਟੇਸ਼ਨਸ ਨੇ। ਜਿੰਨੀ ਇੰਜਨ ਨੇ ਸਪੀਡ ਪੈਦਾ ਕਰਨੀ ਉਨੀ ਕਰ ਦੇਣੀ ਹੈ, ਆਪਣੀ ਕਪੈਸਿਟੀ ਨਾਲੋਂ ਵੱਧ ਤੇ ਇੰਜਨ ਨੇ ਸਪੀਡ ਪੈਦਾ ਨਹੀਂ ਕਰ ਦੇਣੀ। ਸੋ ਇਹ ਲੋ ਗੇਅਰ ਹੈਲਪਸ ਟੂ ਮੂਵ ਏ ਵਹੀਕਲ। ਇਸ ਕਰਕੇ ਜਦੋਂ ਵੀ ਆਪਾਂ ਢਲਾਨ ਚੜ੍ਹਦੇ ਹਾਂ ਅਸੀਂ ਗੀਅਰ ਛੋਟਾ ਕਰ ਦਿੰਦੇ ਹਾਂ, ਪਹਿਲਾ ਦੂਜਾ ਤੀਜਾ ਕਰ ਦਿੰਦੇ ਹਾਂ। ਪਹਿਲਾ ਦੂਜਾ ਤੀਜਾ ਗੀਅਰ ਕਰਨ ਦਾ ਮਤਲਬ ਕੀ ਹੈ ਵੀ ਢਲਾਨ ਜੇ ਸਾਨੂੰ ਚੜ੍ਹਨੀ ਹੈ ਅਤੇ ਢਲਾਨ ਆਪਾਂ ਛੋਟੇ ਗੀਅਰ 'ਚ ਚੜ੍ਹ ਸਕਦੇ ਹਾਂ, ਲੋ ਗੀਅਰ 'ਚ ਚੜ੍ਹ ਸਕਦੇ ਹਾਂ। ਹਾਈ ਗੀਅਰ ਦੇ ਵਿੱਚ ਆਪਾਂ ਢਲਾਨ ਨਹੀਂ ਚੜ੍ਹ ਸਕਦੇ ਕਿਉਂਕਿ ਹਾਈ ਗੀਅਰ ਦੇ ਵਿੱਚ ਟੋਰਕ ਘੱਟ ਹੈ ਅਤੇ ਸਪੀਡ ਜ਼ਿਆਦਾ ਹੈ। ਸਾਨੂੰ ਢਲਾਨ ਚੜ੍ਹਨ ਲੱਗਿਆ ਟੋਰਕ ਜ਼ਿਆਦਾ ਚਾਹੀਦੀ ਹੈ, ਸਪੀਡ ਜ਼ਿਆਦਾ ਨਹੀਂ ਚਾਹੀਦੀ। ਇਸ ਕਰਕੇ ਉਹ ਕੀ ਕਹਿੰਦੇ ਨੇ, ਕਿਸੇ ਵੀ ਵਹੀਕਲ ਦੇ ਵਿੱਚ ਗੀਅਰ ਬਾਕਸ ਜਿਹੜਾ ਹੈ ਉਹ ਜ਼ਿਆਦਾ ਨਸੈਸਰੀ ਹੈ, ਬਹੁਤ ਜ਼ਿਆਦਾ ਜ਼ਰੂਰੀ ਹੈ। ਇਸ ਕਰਕੇ ਆਪਾਂ ਹਰ ਗੱਡੀ ਦੇ ਵਿੱਚ ਗੀਅਰ ਬਾਕਸ ਜਿਹੜਾ ਉਹ ਯੂਜ਼ ਕਰਦੇ ਹਾਂ। ਇਹ ਸੀਗਾ ਤੁਹਾਡਾ ਫਸਟ ਲੈਕਚਰ ਗੀਅਰ ਬਾਕਸ ਦਾ। ਨੈਕਸਟ ਅੱਗੋਂ ਹੁਣ ਆਪਾਂ ਟਾਈਪਸ ਆਫ ਗੀਅਰ ਬਾਕਸ ਪੜ੍ਹਾਂਗੇ, ਉਹ ਅਸੀਂ ਅਗਲੇ ਲੈਕਚਰ 'ਚ ਸਟੱਡੀ ਕਰਾਂਗੇ। ਫਿਲਹਾਲ ਅੱਜ ਲਈ ਇੰਨਾ ਹੀ।